So students, in our last video, we were discussing some disorders related to immune system, right? First disorders which we have already discussed is allergies. Second disorder is autoimmunity. And third which we are going to discuss now is immunodeficiency diseases, right? So what actually are immunodeficiency diseases? Immunodeficiency diseases, they occur mainly due to defect in one or more components of innate or acquired immunity. Means we have already discussed that there are two types of immunities, innate and acquired. अगर इनेट या एक्वायर्ड दोनों ਦੇ ਵਿੱਚੋਂ ਕਿਸੇ ਵੀ ਇੱਕ ਇਮਿਊਨਿਟੀ ਦੇ ਕਿਸੇ ਕੰਪੋਨੈਂਟ ਦੇ ਵਿੱਚ ਡਿਫੈਕਟ ਆ ਜਾਏ, ਕੋਈ ਪ੍ਰੋਬਲਮ ਆ ਜਾਏ, ਤਾਂ ਅਸੀਂ ਉਹਨੂੰ ਕੀ ਕਹਿੰਦੇ ਇਮਿਊਨੋ ਡੈਫੀਸ਼ੀਐਂਸੀ ਡਿਜ਼ੀਜ਼ਸ, ਰਾਈਟ? ਮੀਨਸ ਕੋਈ ਇਹੋ ਜਿਹੀ ਪ੍ਰੋਬਲਮ ਜਿਹਦੇ ਕਰਕੇ ਸਾਡੀ ਇਮਿਊਨਿਟੀ ਘਟ ਜਾਵੇ। ਜੇ ਇਮਿਊਨਿਟੀ ਘਟ ਗਈ ਦੈਟ ਮੀਨਸ ਸਾਨੂੰ ਕੋਈ ਇਹੋ ਜਿਹੀ ਡਿਜ਼ੀਜ਼ ਹੋਏਗੀ ਜਿਹੜੀ ਇਹੋ ਜਿਹੀ ਸਾਨੂੰ ਪ੍ਰੋਬਲਮ ਆਏਗੀ ਜਿਹਦੇ ਨਾਲ ਸਾਡੀ ਬੋਡੀ ਦੀ ਕਿਸੇ ਵੀ ਆਰਗੈਨਿਜ਼ਮ ਨਾਲ ਕਿਸੇ ਵੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਖਤਮ ਹੋ ਜਾਏਗੀ, ਰਾਈਟ? ਸੋ ਇਮਿਊਨੋਡੈਫੀਸ਼ੀਐਂਸੀ ਡਿਜ਼ੀਜ਼ਸ ਦੀਆਂ ਸਾਡੇ ਕੋਲ ਇੱਕ ਐਗਜ਼ਾਮਪਲ ਹੈ ਬੜੀ ਇੰਪੋਰਟੈਂਟ, ਦੋ ਕਰਾਂਗੇ ਅਸੀਂ। ਵਨ ਇਜ਼ SCID ਐਂਡ ਵਨ ਇਜ਼ ਏਡਸ, ਰਾਈਟ? ਸਭ ਤੋਂ ਪਹਿਲਾਂ ਸੀਵੀਅਰ ਕੰਬਾਈਨਡ ਇਮਿਊਨੋਡੈਫੀਸ਼ੀਐਂਸੀ SCID, ਰਾਈਟ? ਇਹ ਕੀ ਹੈ? ਇਹ ਇੱਕ ਪ੍ਰਾਇਮਰੀ ਇਮਿਊਨੋਡੈਫੀਸ਼ੀਐਂਟ ਕੰਜੈਨਿਟਲ ਡਿਜ਼ੀਜ਼ ਹੈ। ਕੰਜੈਨਿਟਲ ਜਿਹੜੇ ਸਾਡੇ ਜੀਨਸ ਦੇ ਵਿੱਚ ਆਲਰੇਡੀ ਹੈ, ਮਤਲਬ ਸਾਨੂੰ ਹੈਰੀਡਿਟੀ ਆਈ ਹੈ। ਪ੍ਰਾਇਮਰੀ ਅਸੀਂ ਜਸਟ SCID ਪੜ੍ਹਦੇ ਹੀ ਨੀਚੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਪ੍ਰਾਇਮਰੀ ਅਤੇ ਸੈਕੰਡਰੀ ਇਮਿਊਨੋਡੈਫੀਸ਼ੀਐਂਸੀ ਡਿਜ਼ੀਜ਼ਸ ਕੀ ਹੁੰਦੀਆਂ ਨੇ। ਸੋ ਇਟ ਇਜ਼ ਅ ਪ੍ਰਾਇਮਰੀ ਇਮਿਊਨੋਡੈਫੀਸ਼ੀਐਂਸੀ ਡਿਜ਼ੀਜ਼ ਨੰਬਰ 1 congenital है, transferred from parents to offspring, in which newborn children are without T cells and B cells। किन्नी इंपॉर्टेंट चीज़ है ये कि ਜਦੋਂ ਕਿਸੇ ਨੂੰ SCID ਦੀ ਪ੍ਰੋਬਲਮ ਹੁੰਦੀ ਹੈ, ਉਹ ਜਿਹੜਾ ਆਫਸਪ੍ਰਿੰਗ ਬੱਚਾ ਪੈਦਾ ਹੁੰਦਾ ਨਵਾਂ, ਉਹਦੇ ਵਿੱਚ B ਸੈੱਲ ਅਤੇ T ਸੈੱਲ ਦੀ ਕਮੀ ਹੁੰਦੀ ਹੈ। ਦੈਟ ਮੀਨਸ ਅਗਰ ਕਿਸੇ ਦੇ ਵਿੱਚ T ਸੈੱਲ ਅਤੇ B ਸੈੱਲ ਦੋਨੋਂ ਹੀ ਨਹੀਂ ਹੋਣਗੇ, ਦੈਟ ਮੀਨਸ ਉਹ ਤਾਂ ਫਿਰ ਉਹਨਾਂ ਦੀ ਬੋਡੀ ਦੀ ਇਮਿਊਨਿਟੀ ਕੌਣ ਕਰੇਗਾ? ਕਿਉਂਕਿ ਇਹੀ ਤਾਂ ਉਹ ਸੈੱਲ ਹੈ ਜਿਹੜੇ ਸਾਡੀ ਬੋਡੀ ਨੂੰ ਇਮਿਊਨਿਟੀ ਪ੍ਰੋਵਾਈਡ ਕਰਾਉਂਦੇ ਨੇ। ਨੋ, ਦੈਨ ਸਾਡੀ ਇਮਿਊਨਿਟੀ ਕੀ ਹੋਏਗੀ? ਬਹੁਤ ਇਹ ਵਾਲੇ ਜਿਹੜੇ ਇੰਡੀਵਿਜੂਅਲਸ ਹੋਣਗੇ ਜਿਨ੍ਹਾਂ ਨੂੰ ਪ੍ਰੋਬਲਮ ਹੋਏਗੀ, ਉਹਨਾਂ ਦੀ ਇਮਿਊਨਿਟੀ ਖਤਮ, ਉਹ ਦੇ ਆਰ ਹਾਈਲੀ ਸਸੈਪਟੇਬਲ ਟੂ ਵੇਰੀਅਸ ਇਨਫੈਕਸ਼ਨਸ। ਫਟਾਫਟ ਉਹ ਕੋਈ ਨਾ ਕੋਈ ਉਹਨਾਂ ਨੂੰ ਇਨਫੈਕਸ਼ਨ ਹੋ ਜਾਏਗੀ। ਦੇਖੋ ਇੱਕ ਚੀਜ਼ ਹੈ, ਲਾਈਕ ਕਿਸੇ ਵੀ ਹਿਊਮਨ ਬੀਇੰਗ ਨੂੰ ਅਗਰ ਕੋਈ ਇੱਦਾਂ ਦੀ ਪ੍ਰੋਬਲਮ ਆਉਂਦੀ ਕਿ ਉਹਦੀ ਇਮਿਊਨਿਟੀ ਖਤਮ ਹੋ ਜਾਵੇ, ਤਾਂ ਉਹਦੇ ਵਿੱਚ ਕੀ ਹੈ? ਕੋਈ ਛੋਟੀ ਜਿਹੀ ਇਨਫੈਕਸ਼ਨ, ਕੋਈ ਛੋਟਾ ਜਿਹਾ ਕਿਸੇ ਨੂੰ ਕੋਈ ਨੋਰਮਲ ਜਿਹਾ ਬੁਖਾਰ ਹੋਇਆ, ਕੁਛ ਹੋਇਆ, ਉਹ ਛੋਟੀ ਜਿਹੀ ਪ੍ਰੋਬਲਮ ਵਿਲ ਕ੍ਰੀਏਟ ਬਿਗ ਪ੍ਰੋਬਲਮ, ਕਿਉਂਕਿ ਉਹ ਬੋਡੀ ਲੜ ਹੀ ਨਹੀਂ ਪਾ ਰਹੀ ਉਸ ਛੋਟੀ ਬਿਮਾਰੀ ਨਾਲ ਵੀ, ਠੀਕ ਹੈ। ਬਟ ਡਿਵਲਪਡ ਕੰਟਰੀ ਜਿਵੇਂ USA, ਉੱਥੇ ਇਹੋ ਜਿਹੇ ਚਿਲਡਰਨ ਨੂੰ ਇਹ ਨਹੀਂ ਕਿ ਇਹੋ ਜਿਹਾ ਕੋਈ ਇੰਡੀਵਿਜੂਅਲ ਪੈਦਾ ਹੁੰਦਾ ਹੈ ਵਿਦ ਦਿਸ ਡਿਜ਼ੀਜ਼ ਤਾਂ ਉਹਨੂੰ ਮਾਰ ਦਿੱਤਾ ਜਾਂਦਾ ਹੈ ਜਾਂ ਉਹਦੀ ਕੇਅਰ ਨਹੀਂ ਕੀਤੀ ਜਾਂਦੀ। ਡਿਵਲਪਡ ਕੰਟਰੀ ਦੇ ਵਿੱਚ ਉਹਨਾਂ ਬੱਚਿਆਂ ਨੂੰ ਇੱਕ ਇਹੋ ਜਿਹੇ এনवायरमेंट 'ਚ ਰੱਖਿਆ ਜਾਂਦਾ ਜਿੱਥੇ ਕੋਈ ਵੀ ਜਰਮ, ਕੋਈ ਵੀ ਪੈਥੋਜਨ, ਕੋਈ ਵੀ ਇਹੋ ਜਿਹਾ ਡਿਜ਼ੀਜ਼ ਕੌਜ਼ਿੰਗ ਆਰਗੈਨਿਜ਼ਮ ਨਹੀਂ ਹੁੰਦਾ, ਜਿਨ੍ਹਾਂ ਸਿਊਟਸ ਵਿੱਚ ਰੱਖਿਆ ਜਾਂਦਾ, ਦੇ ਆਰ ਕਾਲਡ ਐਸ ਆਈਸੋਲੇਸ਼ਨ ਸਿਊਟਸ, ਰਾਈਟ? ਸੋ ਆਪਾਂ ਜਿਹੜੀ ਇੱਕ ਐਗਜ਼ਾਮਪਲ ਹਜੇ ਪੜ੍ਹੀ SCID ਵਿਚ ਇਜ਼ ਪ੍ਰਾਇਮਰੀ ਇਮਿਊਨੋਡੈਫੀਸ਼ੀਐਂਟ ਡਿਜ਼ੀਜ਼। ਇੱਥੇ ਮੈਂ ਨਾਲ ਹੀ ਤੁਹਾਨੂੰ ਪ੍ਰਾਇਮਰੀ ਅਤੇ ਸੈਕੰਡਰੀ ਦੋਨੋਂ ਇਮਿਊਨੋਡੈਫੀਸ਼ੀਐਂਸੀ ਡਿਜ਼ੀਜ਼ਸ ਕਰਾ ਰਹੀ ਹਾਂ। ਸੈਕੰਡਰੀ ਤਾਂ ਕਰਾ ਰਹੀ ਕਿਉਂਕਿ ਅਗਲੀ ਜਿਹੜੀ ਅਸੀਂ ਡਿਜ਼ੀਜ਼ ਕਰਨੀ ਹੈ ਉਹ ਏਡਸ ਹੈ, ਸੋ ਉਹ ਸੈਕੰਡਰੀ ਹੈ, ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਪ੍ਰਾਇਮਰੀ ਇਮਿਊਨੋਡੈਫੀਸ਼ੀਐਂਸੀ ਡਿਜ਼ੀਜ਼ਸ ਕੀ ਹੁੰਦੀਆਂ ਨੇ। ਇਹ ਉਹ ਡਿਜ਼ੀਜ਼ ਹੈ ਪ੍ਰਾਇਮਰੀ ਜਿਹੜੀ ਕੰਜੈਨਿਟਲ ਹੈ, ਜਿਹੜੀ ਸਾਨੂੰ ਫਰੋਮ ਬਰਥ ਹੈ, ਜੰਮਦਿਆਂ ਹੀ ਹੈ ਸਾਡੇ 'ਚ, ਠੀਕ ਹੈ। ਔਰ ਇਸ ਕੇਸ ਦੇ ਵਿੱਚ ਪਰਸਨ ਜਿਹੜਾ ਹੈ ਉਹਦੇ ਵਿੱਚ ਉਹ ਮੈਂ ਹੁਣੇ ਜਿਵੇਂ ਦੱਸ ਕੇ ਆਈ SCID ਦੇ ਕੇਸ 'ਚ ਉਹਦੇ B ਸੈੱਲ ਜਾਂ T ਸੈੱਲ ਜਾਂ ਦੋਨੋਂ B ਸੈੱਲ ਅਤੇ T ਸੈੱਲ ਐਬਸੈਂਟ ਹੁੰਦੇ ਹੀ ਨਹੀਂ ਬਾਈ ਬਰਥ। ਪ੍ਰੋਬਲਮ ਦਾ ਨਾਮ SCID, ਰਾਈਟ? ਸੈਕੰਡਰੀ ਇਮਿਊਨੋਡੈਫੀਸ਼ੀਐਂਸੀ ਡਿਜ਼ੀਜ਼ 'ਚ ਸਾਡੇ ਕੋਲ ਕੀ ਹੁੰਦਾ? ਇਹ ਉਹ ਡਿਜ਼ੀਜ਼ ਹੈ ਜਿਹਦੇ ਵਿੱਚ ਕੋਈ ਇਹੋ ਜਿਹਾ ਹੋਰ ਫੈਕਟਰ ਜਿਵੇਂ ਮਾਲ ਨਿਊਟ੍ਰੀਸ਼ਨ, ਪ੍ਰੋਪਰ ਨਿਊਟ੍ਰੀਸ਼ਨ ਨਾ ਮਿਲੇ ਬੱਚੇ ਨੂੰ, ਕੋਈ ਇਨਫੈਕਸ਼ਨ ਹੋ ਗਈ, ਕੋਈ ਮੈਟਾਬੋਲਿਕ ਡਿਸਆਰਡਰ ਹੋ ਗਿਆ, ਕੈਂਸਰ ਹੋ ਗਿਆ, ਕੁਝ ਇਹੋ ਜਿਹੀ ਪ੍ਰੋਬਲਮ, ਕੋਈ ਅਦਰ ਪ੍ਰੋਬਲਮ ਦੇ ਨਾਲ, ਕੋਈ ਇਹ ਜਿਹੜੇ ਅਲੱਗ ਫੈਕਟਰਸ ਨੇ ਇਹਨਾਂ ਦੇ ਨਾਲ ਸਾਡੀ ਇਮਿਊਨਿਟੀ ਨੂੰ ਪ੍ਰੋਬਲਮ ਆ ਜਾਏ। ਮੀਨਸ ਡਾਇਰੈਕਟ ਨਹੀਂ ਹੈ ਇਮਿਊਨਿਟੀ ਨੂੰ, ਡਾਇਰੈਕਟ ਪ੍ਰੋਬਲਮ ਨਹੀਂ। ਇੱਥੇ ਤਾਂ ਪ੍ਰਾਇਮਰੀ 'ਚ ਤਾਂ ਡਾਇਰੈਕਟ ਸੀ ਨਾ ਕਿ B ਸੈੱਲ ਅਤੇ T ਸੈੱਲ ਹੈ ਹੀ ਨਹੀਂ ਸੀ, ਡਾਇਰੈਕਟ ਹੈ। ਇੱਥੇ ਦੀਜ਼ ਆਰ ਦਾ ਫੈਕਟਰਸ, ਕੋਈ ਇਨਫੈਕਸ਼ਨ, ਕੋਈ ਮਾਲ ਨਿਊਟ੍ਰੀਸ਼ਨ ਜਾਂ ਮੈਟਾਬੋਲਿਕ ਡਿਸਆਰਡਰ, ਇਹਦੇ ਕਾਰਨ ਸਾਡੀ ਇਮਿਊਨਿਟੀ ਨੂੰ ਪ੍ਰੋਬਲਮ ਆ ਜਾਵੇ, ਦਿਸ ਇਜ਼ ਸੈਕੰਡਰੀ ਇਮਿਊਨ ਡੈਫੀਸ਼ੀਐਂਸੀ ਡਿਜ਼ੀਜ਼। ਅਤੇ ਇਹਦੀ ਐਗਜ਼ਾਮਪਲ ਹੈ ਏਡਸ। ਹੁਣ ਅਸੀਂ ਇਨ ਡੀਟੇਲ ਕਰਾਂਗੇ ਵਾਟ ਇਜ਼ ਏਡਸ, ਉਹਦੇ ਪੈਥੋਜਨ, ਡਾਇਗਨੋਸਿਸ, ਟ੍ਰੀਟਮੈਂਟ ਐਟਸੈਟਰਾ।
Okay, now let us discuss AIDS in detail. First of all, the full form of AIDS, acquired immunodeficiency syndrome. ਆਪਾਂ ਕੱਲੇ ਕੱਲੇ ਵਰਡ ਦਾ ਸਟੂਡੈਂਟਸ ਮੀਨਿੰਗ ਕਰਾਂਗੇ। ਐਕਵਾਇਰਡ ਮੀਨਸ ਇਹ ਉਹ ਡਿਜ਼ੀਜ਼ ਹੈ ਜਿਹੜੀ ਕੰਜੈਨਿਟਲ ਨਹੀਂ ਹੈ। ਦਿਸ ਡਿਜ਼ੀਜ਼ ਇਜ਼ ਨਾਟ ਕੰਜੈਨਿਟਲ, ਰਾਈਟ, ਕੰਜੈਨੀਟਲ, ਨਾਟ ਕੰਜੈਨਿਟਲ ਮੀਨਸ ਇਹ ਸਾਨੂੰ ਹੈਰੀਡਿਟੀ ਨਹੀਂ ਮਿਲੀ। ਐਕਵਾਇਰ ਮੀਨਸ ਜਿਹੜੀ ਅਸੀਂ ਬਰਥ ਲੈਣ ਤੋਂ ਬਾਅਦ ਐਕਵਾਇਰ ਕਰਦੇ ਹਾਂ। ਇਮਿਊਨੋ ਡੈਫੀਸ਼ੀਐਂਸੀ, ਇਮਿਊਨਿਟੀ ਦੀ ਕਮੀ। ਸਿੰਡਰਮ, ਸਟੂਡੈਂਟ ਸਿੰਡਰੋਮ ਦਾ ਮਤਲਬ ਹੁੰਦਾ ਹੈ ਗਰੁੱਪ ਆਫ ਸਿੰਪਟਮਸ, ਰਾਈਟ, ਸਿੰਪਲ ਹੈ। ਸੋ ਅਸੀਂ ਸਾਰੇ ਵਰਡਸ ਜਿਹੜਾ ਫੁੱਲ ਫਾਰਮ ਇਹਦੇ ਮੀਨਿੰਗ ਕਰ ਲਏ, ਠੀਕ ਹੈ ਜੀ। ਸੋ ਇਹ ਇੱਕ ਉਹ ਡਿਜ਼ੀਜ਼ ਹੈ ਜਿਹੜੀ ਸਾਨੂੰ ਬਾਏ ਬਰਥ ਨਹੀਂ ਆਉਂਦੀ, ਐਕਵਾਇਰ ਕਰਦਾ ਆਰਗੈਨਿਜ਼ਮ, ਠੀਕ ਹੈ ਜੀ। ਸਿੰਡਰੋਮ ਮੀਨਸ ਹੁੰਦਾ ਗਰੁੱਪ ਆਫ ਸਿੰਪਟਮਸ, ਠੀਕ ਹੈ। ਉਸ ਤੋਂ ਬਾਅਦ ਇੱਕ ਇੰਪੋਰਟੈਂਟ ਗੱਲ, ਜਿਹੜਾ ਇਹ ਏਡਜ਼ ਇੱਕ ਐਸਾ ਡਿਸਆਰਡਰ ਹੈ ਜਿਹੜਾ ਸਾਡੀ ਸੈੱਲ ਮੀਡੀਏਟਿਡ ਇਮਿਊਨ ਸਿਸਟਮ ਨਾਲ ਰਿਲੇਟਡ ਹੈ, ਠੀਕ ਹੈ ਜੀ। ਕਿਹਦੇ ਨਾਲ ਰਿਲੇਟਡ ਹੈ? ਸੈੱਲ ਮੀਡੀਏਟਿਡ ਇਮਿਊਨ ਰਿਸਪਾਂਸ, ਸੈੱਲ ਮੀਡੀਏਟਿਡ ਇਮਿਊਨ ਸਿਸਟਮ। ਇਫ ਯੂ ਰਿਮੈਂਬਰ, ਅਸੀਂ ਆਪਣੀ ਲਾਸਟ ਵੀਡੀਓ ਦੇ ਵਿੱਚ 2 ਤਰ੍ਹਾਂ ਦੇ ਇਮਿਊਨ ਸਿਸਟਮਸ ਪੜ੍ਹ ਚੁੱਕੇ ਹਾਂ, ਸੈੱਲ ਮੀਡੀਏਟਿਡ ਅਤੇ ਐਂਟੀਬੋਡੀ ਮੀਡੀਏਟਿਡ, ਰਾਈਟ। ਸੈੱਲ ਮੀਡੀਏਟਿਡ ਇਮਿਊਨ ਸਿਸਟਮ ਨਾਲ ਰਿਲੇਟਡ ਹੈ ਇੱਕ ਡਿਸਆਰਡਰ ਹੈ ਏਡਸ, ਰਾਈਟ। ਇਸ ਕੇਸ ਦੇ ਵਿੱਚ ਐਕਚੁਅਲੀ ਹੁੰਦਾ ਕੀ ਹੈ? ਏਡਸ ਦੇ ਕੇਸ 'ਚ ਐਕਚੁਅਲੀ ਕੀ ਹੁੰਦਾ? ਜਿਹੜੇ ਟੀ ਸੈੱਲਸ ਹੁੰਦੇ ਨੇ, ਉਹ ਵੀ ਸਪੈਸ਼ਲੀ ਟੀ ਸੈੱਲ ਦੀ ਇੱਕ ਟਾਈਪ ਹੈ ਹੈਲਪਰ ਟੀ ਸੈੱਲ। ਟੀ ਸੈੱਲ ਦੀ ਇੱਕ ਟਾਈਪ ਹੈ ਸਾਡੇ ਕੋਲ ਹੈਲਪਰ ਟੀ ਸੈੱਲਸ, ਉਹਨਾਂ ਦਾ ਨੰਬਰ ਕਾਫੀ ਘੱਟ ਜਾਂਦਾ ਹੈ। ਦੇਅਰ ਇਜ਼ ਰਿਡਕਸ਼ਨ ਇਨ ਨੰਬਰ ਆਫ ਹੈਲਪਰ ਟੀ ਸੈੱਲ। ਹੈਲਪਰ ਟੀ ਸੈੱਲ ਦਾ ਨੰਬਰ ਸਾਡੇ ਕੋਲ ਘੱਟ ਜਾਂਦਾ ਹੈ, ਜਿਹਦੇ ਕਰਕੇ ਹੁਣ ਦੇਖੋ, ਅਗਰ ਸਾਡੇ ਕੋਲ ਹੈਲਪਰ ਟੀ ਸੈੱਲ ਦਾ ਨੰਬਰ ਘੱਟ ਗਿਆ ਤਾਂ ਅਗਰ ਤੁਹਾਨੂੰ ਯਾਦ ਹੋਵੇ ਤਾਂ ਟੀ ਸੈੱਲ ਕੀ ਕਰਦੇ ਸੀ? ਟੀ ਸੈੱਲਸ ਜਿਹੜੇ ਨੇ ਉਹ ਬੀ ਸੈੱਲਸ ਨੂੰ ਐਕਟੀਵੇਟ ਕਰਦੇ ਸੀ ਟੂ ਪ੍ਰੋਡਿਊਸ ਐਂਟੀਬੋਡੀਜ਼। ਟੀ ਸੈੱਲ ਕੀ ਕਰਦੇ ਸੀ? ਬੀ ਸੈੱਲ ਨੂੰ ਐਕਟੀਵੇਟ ਕਰਦੇ ਸੀ ਟੂ ਪ੍ਰੋਡਿਊਸ ਐਂਟੀਬੋਡੀ। ਤਾਂ ਹੁਣ ਜੇ ਟੀ ਸੈੱਲ ਦਾ ਨੰਬਰ ਘੱਟ ਗਿਆ ਤਾਂ ਉਹ ਬੀ ਸੈੱਲ ਨੂੰ ਐਕਟੀਵੇਟ ਨਹੀਂ ਕਰ ਪਾਉਣਗੇ ਟੂ ਪ੍ਰੋਡਿਊਸ ਐਂਟੀਬੋਡੀ। ਤਾਂ ਬੀ ਸੈੱਲਸ, ਜੇ ਬੀ ਸੈੱਲਸ ਨੇ ਐਂਟੀਬੋਡੀ ਨਹੀਂ ਪੈਦਾ ਕੀਤੀ ਤਾਂ ਤੁਹਾਡੀ ਬੋਡੀ ਦੀ ਇਮਿਊਨਿਟੀ, ਤੁਹਾਡੀ ਬੋਡੀ ਦੀ ਇਹ ਕੀ ਕਰਦਾ ਸੀ? ਐਕਟੀਵੇਟਸ ਬੀ ਸੈੱਲਸ। ਹੁਣ ਇਹ ਬੀ ਸੈੱਲ ਨੂੰ ਐਕਟੀਵੇਟ ਨਹੀਂ ਕਰ ਪਾ ਰਿਹਾ। ਬੀ ਸੈੱਲਸ ਕੀ ਪ੍ਰੋਡਿਊਸ ਕਰਦੇ ਨੇ? ਸਾਡੇ ਕੋਲ ਐਂਟੀਬੋਡੀਜ਼। ਐਂਟੀਬੋਡੀ ਨਹੀਂ ਬਣ ਪਾਉਣਗੇ, ਅਤੇ ਜੇ ਐਂਟੀਬੋਡੀ ਨਹੀਂ ਬਣ ਪਾਉਣਗੇ ਤਾਂ ਤੁਹਾਡੀ ਬੋਡੀ ਨੂੰ ਇਮਿਊਨਿਟੀ ਕੌਣ ਦੇਗਾ? ਸੋ ਇਸੀ ਕਰਕੇ ਇਸ ਕੇਸ ਦੇ ਵਿੱਚ ਸਾਡੀ ਬੋਡੀ ਦੀ ਜਿਹੜੀ ਇਮਿਊਨਿਟੀ ਹੈ ਉਹ ਵੀਕ ਹੋ ਜਾਂਦੀ ਹੈ। ਕੰਸੈਪਟ ਕਲੀਅਰ ਹੋ ਗਿਆ, ਰਾਈਟ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਗਿਆ, ਅਸੀਂ ਏਡਸ ਬਾਰੇ ਹੋਰ ਕੀ ਡਿਸਕਸ ਕਰਨਾ ਹੈ? ਅਸੀਂ ਇਹਦੇ ਪੈਥੋਜਨ। ਹੁਣ ਜਦੋਂ ਵੀ ਅਸੀਂ ਕੋਈ ਡਿਜ਼ੀਜ਼ ਸਟੱਡੀ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਕੀ ਡਿਸਕਸ ਕਰਦੇ ਹਾਂ? ਇਟਸ ਪੈਥੋਜਨ। ਕੌਣ ਕਾਜ਼ ਕਰਦਾ ਏਡਸ, ਰਾਈਟ। ਏਡਸ ਇਜ਼ ਵਨ ਆਫ ਦਾ ਵਾਇਰਲ ਡਿਜ਼ੀਜ਼, ਰਾਈਟ, ਐਂਡ ਦ ਨੇਮ ਆਫ दैट ਵਾਇਰਸ ਇਜ਼ HIV, ਠੀਕ ਹੈ ਜੀ। ਫੁੱਲ ਫॉर्म इज ह्यूमन इम्यूनो डेफिशिएंसी वायरस। what is the name of the virus? ह्यूमन इम्यूनो डेफिशिएंसी वायरस, राइट। सो सब तो पहला असीं की डिस्कस करें? पैथोजन ऑफ एड्स, HIV, ह्यूमन इम्यूनो डेफिशिएंसी वायरस, राइट। एक होर छोटी जी गल इत्थे याद रखने वाली है, ये जिहड़ा वायरस है ये किस ग्रुप का वायरस है? रेट्रो वायरस, ठीक है जी। मीनस कैटेगरीज होंदियां ना अलग अलग वायरसिस दियां। सो ये जिहड़ा HIV है, इट इज़ अ मैंबर ऑफ अ ग्रुप वायरसिस, ग्रुप ऑफ वायरसिस कॉल्ड एज रेट्रो वायरसिस, राइट, ठीक है जी। सो ये सी साडे कोल इहदा पैथोजन। सो जिहड़ा साडे कोल HIV दा पैथोजन है, ਜਿਹੜਾ ਏਡਸ ਦਾ ਜਿਹੜਾ ਪੈਥੋਜਨ ਹੈ HIV, ਉਹ ਇੱਕ ਰੈਟਰੋ ਵਾਇਰਸ ਹੈ, ਜਿਹਦੇ ਤੁਸੀਂ ਕਹਿ ਸਕਦੇ ਹੋ ਬਾਹਰ, ਅਗਰ ਅਸੀਂ ਉਹਦਾ ਸਟਰਕਚਰ ਡਿਸਕਸ ਕਰੀਏ ਤਾਂ ਉਹਦੇ ਬਾਹਰ ਇੱਕ ਪ੍ਰੋਟੀਨ ਦੀ, ਅਸੀਂ ਗਲਾਈਕੋਪ੍ਰੋਟੀਨ ਦੀ ਕਹਿ ਸਕਦੇ ਹਾਂ, ਇੱਕ ਮੈਂਬਰੇਨ ਹੁੰਦੀ ਹੈ, ਲੇਅਰ ਹੁੰਦੀ ਹੈ, ਅਤੇ ਉਹਦੇ ਅੰਦਰ ਜਿਹੜਾ ਹੁੰਦਾ ਉਹ, ਜਾਂ ਤੁਸੀਂ ਕਹਿ ਸਕਦੇ ਹੋ ਇਹਦੇ ਵਿੱਚ 2 ਪ੍ਰੋਟੀਨ ਦੇ ਕੋਟਸ ਹੁੰਦੇ ਆ। ਦੇਅਰ ਆਰ 2 ਪ੍ਰੋਟੀਨ ਕੋਟਸ, ਰਾइट, ठीक है जी। बाहर साडे कोल हो गया लिपिड लेयर एंड ऑल्सो कंटेन्स ग्लाइकोप्रोटीन्स, राइट, एंड अंदर ये की हुंदा साडे कोल RNA,
अंदर की हुंदा साडे कोल RNA, ठीक है। वैसे जस्ट रिमेंबर द नेम ऑफ द वायरस विच कॉजेज एड्स, दैट इज HIV, राइट। सो नेक्स्ट थिंग अबाउट एड्स इज ट्रांसमिशन, राइट। कोई भी डिजीज़ ਅਸੀਂ ਸਟੱਡੀ ਕਰਦੇ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਸੇ ਵੀ ਡਿਜ਼ੀਜ਼ ਦੇ ਕੇਸ ਦੇ ਵਿੱਚ ਸਾਡੇ ਕੋਲ ਕੋਈ ਡਿਜ਼ੀਜ਼ ਫੈਲਦੀ ਕਿਵੇਂ ਹੈ, ਰਾਈਟ। ਸੋ ਆ ਗਈ ਇਹਦੀ ट्रांसमिशन। पैथोजन ਅਸੀਂ कर लिया, नाउ इज़ द ट्रांसमिशन। सब तो पहली जी चीज़ है वो है साढ़े कोल सैक्शुअल कॉन्टैक्ट, ठीक है जी। वो भी विद इन्फेक्टेड परसन, राइट। इफ कपल दे विचों वन परसन इज़ इन्फेक्टेड, दूसरा भी हो जाएगा, ठीक है जी। सो दिस इज़ द फस्ट मोड ऑफ ट्रांसमिशन, राइट। सैकेंड साढ़े कोल आ गया ब्लड ट्रांसफ्यूजन, सी। अगर किसी इंडिविजुअल दे ब्लड दे विच ये वाला वायरस है और असी ओदा ब्लड विदाउट एनी टैसटिंग किसी नॉर्मल बंदे नूं दे दिंदे आ, सो उहदे नाल भी ये डिजीज़ जिहड़ी है ट्रांसमिट हो जाती है फ्रॉम इन्फेक्टेड परसन टू नॉर्मल परसन। थर्ड साडे कोल आ गया अगर असी शेयर करिए, शेयरिंग इन्फेक्टेड नीडल्स, राइट। जे असी सपोज कोई तुसी किसी ते जगह ते किसी या डिस्पेंसरी ते या हॉस्पिटल दे विच किसी इंजैक्शन लगवान जाने हो, अगर डॉक्टर सेम नीडल एक परसन दे यूज़ करके दूजे दे भी उही कर दे जिहड़ा विच इज़ नॉट पॉसिबल दीज डेज, अगर इदां करन तां उहदे नाल भी इन्फेक्टेड बंदे तो नॉर्मल बंदे नूं जिहड़ा एड्स है हो सकता है, राइट। नैक्सट आ गया साडे कोल अगर कोई मदर इन्फेक्टेड है ਤਾਂ ਚਾਈਲਡ ਨੂੰ ਵੀ ਇਨਫੈਕਸ਼ਨ ਹੋ ਸਕਦੀ ਹੈ ਕਿਹਦੇ ਥਰੂ, ਪਲੇਸੈਂਟਾ ਦੇ ਥਰੂ। ਇਜ਼ ਇਟ ਕਲੀਅਰ। ਸੋ ਇਹ 4 ਮੋਡਸ ਨੇ ਜਿਹਦੇ ਨਾਲ ਏਡਸ ਜਿਹੜਾ ਹੈ ਉਹ ਟਰਾਂਸਮਿਟ ਹੁੰਦਾ ਹੈ। ਦੈਨ ਉਸ ਤੋਂ ਬਾਅਦ ਅਸੀਂ ਕੀ ਕਹਿ ਸਕਦੇ ਹਾਂ, ਰਿਸਕ ਗਰੁੱਪਸ। ਕਿਹੜੇ ਕਿਹੜੇ ਗਰੁੱਪਸ ਨੂੰ ਜਾਂ ਕਿਹੜੇ ਕਿਹੜੇ ਏਜ ਗਰੁੱਪਸ ਕਹਿ ਲਓ ਜਾਂ ਕਿਹੜੇ ਕਿਹੜੇ ਟਾਈਪ ਆਫ ਗਰੁੱਪਸ ਨੂੰ ਜਿਹੜਾ ਇਸ ਡਿਜ਼ੀਜ਼ ਹੋਣ ਦਾ ਸਭ ਤੋਂ ਜ਼ਿਆਦਾ ਰਿਸਕ ਹੈ, ਠੀਕ ਹੈ ਜੀ। ਨੰਬਰ 1 मल्टीपल पार्टनर्स, राइट। जेड़े ऑर्गेनिज्म एक तो ज़्यादा पार्टनर्स रखते हैं, राइट, ठीक है। एक तो ज़्यादा पार्टनर नहीं होना चाहिए। सेकंड ड्रग एडिक्ट्स, ठीक है जी, क्योंकि ड्रग एडिक्ट्स की करते अपनी वेन्स दे विच इंजैक्शन लगाते हैं। कई बार की होंदा है 2 और 3 फ्रेंड्स होंदे ने, दे शेयर सेम नीडल्स और इंजैक्शन, ਉਹਦੇ ਨਾਲ ਫਿਰ ਜਿਹੜਾ ट्रांसमिट हो सकता है, चांसिस आर मोर, राइट। उस तो बाद कोई ऐसा इंडिविजुअल है जिन्हों बार बार ब्लड ट्रांसफ्यूजन की लोड़ पैंदी है, ठीक है जी। कहने का मतलब किसी विच अपने ब्लड सैल्स नहीं बन रहे या कोई इहो जी प्रॉब्लम है जिन्होंने बार बार ब्लड चढ़ाना पैंदा, उस केस दे विच भी रिस्क इज़ मोर, राइट, चांसिस आर मोर। उस तो बाद एक असीं होर कर ही चुके हैं कि जे मदर नूं है तो उहदे ऑफस्प्रिंग नूं भी ਜਿਹੜਾ एड्स है हो सकता है। सो ये कुछ रिस्क ग्रुप्स ने जिन्हां दे विच मोर चांसिस ने टू गैट दिस डिजीज़ दैट इज़ एड्स, राइट। हुण असीं एक नॉर्मल जी गल कर लैंदे हां, एड्स किन्हां केसिस दे विच नहीं हुंदा। मीनस असीं कहने ना कि लाइक हैंड शेक करो तो एक परसन नूं अगर एड्स है दूजे नूं हो जाएगा, नो। किहड़े किहड़े ऐसे कारण है केसिस ने जिन्हां च नहीं हो सकता, हैंड शेकिंग ना नहीं हो सकता, ठीक है, इंसैक्ट बाइट ना नहीं हो सकता, दैन शेकिंग अपना क्राउडिड ट्रांसपोर्ट दे विच अगर किसी नूं है तो आप कहीं आप एक बस च जा रहे हो तो बहुत ज़्यादा उस विच बहुत ज़्यादा लोग ने तो एक नूं सारिਆਂ ਨੂੰ हो जाएगा, नो, नॉट एट ऑल, राइट। सो स्विमिंग पूल्स शेयर करन नाल, किसिंग नाल, हग करन नाल, नो। इन्हां केसिस दे विच जिहड़ा एड्स है नहीं फैलदा, ठीक है जी। किवें फैलदा वो असीं ऑलरेडी कर चुके हैं, ठीक है जी। उस तो बाद आ गया इहदा इनक्यूबेशन पीरियड, ठीक है। हर डिजीज़ का असीं इदां ही करते हैं। दैन इज़ इट्स इनक्यूबेशन पीरियड। नो वॉट इज़ इनक्यूबेशन पीरियड पहला कर लैंदे, फिर असीं इहदा इनक्यूबेशन पीरियड दसांगे किन्ना हुंदा। इनक्यूबेशन पीरियड की हुंदा, इन्फेक्शन होने वाले दिन तो लैके फस्ट टाइम जिस दिन सिम्पटम्स आते हैं उस पूरे पीरियड में असीं की बोलते इनक्यूबेशन पीरियड। लाइक अज इन्फेक्शन हुई 10वें दिन जाके सिम्पटम आए या 9वें दिन 10वें दिन, तो 1 to लैके 10 तक की है वह इस पीरियड 10 डेज़ का पीरियड की इनक्यूबेशन पीरियड। किसी दिन की आ सकते हैं 10 डेज़ तक सिम्पटम। फस्ट डे जिस दिन सिम्पटम आते हैं 10 हो गया ना, सो 10वें दिन अगर सिम्पटम आए तो 10 डेज़ इज़ द इनक्यूबेशन पीरियड। सो एड्स जिहड़ा है वह इनक्यूबेशन पीरियड फ्यू मंथ तो लैके
मैनी ईयर्स तक हो सकता है, मीनस इतने मैनी ईयर्स 10 ईयर्स भी हो सकते हैं। ठीक है, कई बार किसी ह्यूमन बीइंग 10 साल तक सिम्पटम नहीं आते। ठीक है, सो दिस इज़ द इंक्यूबेशन पीरियड ऑफ एड्स, राइट। असी की कर लिया, असी एड्स का पैथोजन कर लिया। ठीक है जी, असी ये कर लिया ट्रांसमिट किवें हुंदा है, असी रिस्क ग्रुप्स कवर कर ले, किन्ना कंडीशनस दे विच एड्स नहीं हुंदा असी यह कर लिया, इंक्यूबेशन पीरियड किन्ना सी यह कर लिया। नाउ मोड ऑफ एक्शन ऑफ एड्स वायरस किवें ये अंदर बॉडी दे काम करता है। ठीक है जी, असी वो करांगे। एक डायग्रामैटिक रिप्रजेंटेशन है, असी हुणे देखांगे, बड़ा सिंपल है कि किवें एड्स का वायरस जिहड़ा है वो अपना एक्शन करता है, किवें साडी बॉडी दे विच ये वर्क करता है। सो स्टार्ट करांगे असी बिल्कुल स्टार्टिंग तो, दैट इज़ ए देखो दिस इज़ वायरस HIV केड़ी ग्रुप का, रेट्रो वायरस है, मैं लिख दिता रेट्रो वायरस। ठीक है जी, वह स्ट्रक्चर मैं दसिया सी, बाहर प्रोटीन कोट होंदी है, अंदर की होंदा RNA, आउटसाइड की है प्रोटीन कोट, अंदर की है RNA। ये हुण एक नॉर्मल सैल नूं इन्फैक्ट करन जा रहा है, जिवें एनिमल सैल नूं इन्फैक्ट करन जा रहा है थ्रू प्लाज्मा मैम्ब्रेन। होएगा कि जिहड़ी इहदी बाहरली प्रोटीन कोट है वह बाहर ही रह जाएगी, अंदर की एंटर करूगा इहदा RNA। ठीक है जी, अंदर एंटर कर गया RNA। हुण की हुंदा है, जिहड़ा वायरल दा RNA है वो सैल दे विच जदों इंट्रोड्यूस हो जाता है, उत्थे उहदी रिवर्स ट्रांसक्रिप्शन हुंदी है। व्हाट इज़ रिवर्स ट्रांसक्रिप्शन? ट्रांसक्रिप्शन की है, DNA तो RNA बनना, तो रिवर्स की होएगी RNA तो DNA। सो हियर विद द हेल्प ऑफ एंजाइम रिवर्स ट्रांसक्रिप्टेज ता प्रोसैस केड़ा, रिवर्स ट्रांसक्रिप्शन। आ देखो RNA तो की बन गया DNA। ठीक है जी, सो दिस इज़ द DNA ऑफ द वायरस। सो मैं इत्थे हल्का जिहा लिख दिंदी हाँ, वायरस दा DNA। हुण जदों सैल दे विच वायरस दा DNA बन गया तो वो DNA साडे जिस ऑर्गेनिज्म के अंदर है गया, एनिमल सैल जिहदे अंदर गया, उहदे अपने DNA दे नाल जाके इनकॉर्पोरेट हो जाएगा, जुड़ जाएगा। ठीक है जी, जुड़ गया। आ देखो न्यूक्लीयस उहदे अंदर DNA। हुण ह्यूमन दे DNA दे विच जाके वायरस दा DNA इनकॉर्पोरेट हो गया। हुण की होएगा, जदों DNA हैगा प्रेजेंट, वो की करदा, अपने आप नूं एक्सप्रैस करांदा है। सो जदों वो एक्सप्रैस करेगा अपने आप नूं, DNA अपने आप नूं एक्सप्रैस कराएगा, तो DNA तो फिर की बनता है RNA। सो न्यू वायरल RNA इज़ प्रोड्यूस, नवा वायरल दा RNA बन गया। तो जे RNA बन गया तो मतलब समझ लो कंप्लीट वायरसिस बन गए। हुण न्यू वायरसिस जिहड़े ने वो बाकी सैल्स नूं इन्फैक्ट करन लई दे आर रेडी। न्यू वायरसिस कैन इन्फैक्ट नाउ दे कैन इन्फैक्ट अदर सैल्स ऑल्सो। क्लीयर? एक सैल नूं इन्फैक्ट किया, हौली हौली नवे वायरसिस बने, तो उन्होंने न्यू वायरसिस ने अदर सैल्स नूं भी इन्फैक्ट करना शुरू कर दिता। इन्फैक्टेड सैल्स कैन सर्वाइव वाइल वायरसिस आर बीइंग रेप्लीकेटेड। इन्फैक्टेड सैल जो लाइव ही है, जिंदा है, वो अंदर वायरसिस अपने आप नूं रेप्लीकेट कराई जा रहे तो उत्तों निकली जा रहे, रिलीज़ हो जाते, तो नवे नवे सैल्स नूं जिहड़ा है वो अपने मतलब अपना RNA नवे नवे सैलों में छोड़ी जा रहा है, तो अपने आप नूं फरदर एक्सप्रैशन कराई जा रहा। मीनस असीं इत्थों की देखा कि एक सैल दे विच एंटर कर गया तो उन्हें नाल दे सारे सैल्स नूं इन्फैक्ट कर देना। सो दिस वॉज द मोड ऑफ एक्शन ऑफ एड्स वायरस। एक्चुअली हुण होएगा कि जदों ये साडे विच प्रॉब्लम आ जाएगी, जदों साडी बॉडी च इम्यूनो डेफिशिएंसी आ जाएगी, तो एज सच एड्स बीमारी नहीं है, पर उन्हें कीता की है, तुहाडे अंदर दा इम्यून सिस्टम वीक करता। हुण जे इम्यून सिस्टम वीक हो गया, दैट मीनस छोटी तो छोटी बीमारी नाल लड़न की शक्ति भी साडी बॉडी ने लूज़ कर दी। ठीक है जी, उस तो बाद एट लास्ट असी दो छोटियां चीज़ां होर करांगे। ठीक है, वन इज़ डायग्नोसिस। वॉट इज़ डायग्नोसिस? डायग्नोसिस हुंदा साडे कोल कि किवें असी बीमारी नूं फाइंड आउट करते हैं, लभदे हैं। ठीक है जी, सो एड्स का जिहड़ा डायग्नोसिस है वो एक टेस्ट है स्टूडेंट्स, एलाइजा। ठीक है जी, एंड एक होर टेस्ट है साडे कोल वेस्टर्न ब्लॉटिंग। वेस्टर्न ब्लॉटिंग जिहड़ा टेस्ट है स्टूडेंट्स, ये उदों किया जाता है जदों सपोज यह वाला टेस्ट पॉजिटिव आ गया, तो वेस्टर्न ब्लॉटिंग टेस्ट इज़ परफॉर्म्ड टू कन्फर्म द डिजीज़ कि डिजीज़ एक्चुअली है, तो वेस्टर्न ब्लॉटिंग की जाती है। एलाइजा की फुल फॉर्म साडे कोल की है? एंजाइम लिंक्ड इम्यूनो सॉर्बेंट एसी। ठीक है जी,
सो दीज आर द टू टेस्ट डायगनोस्टिक टेस्ट ਜਿਹੜੇ ਇਸ ਡਿਜ਼ੀਜ਼ ਨੂੰ ਕਿ ਕਿਸੇ ਇੰਡੀਵਿਜੂਅਲ ਨੂੰ ਇਹ ਡਿਜ਼ੀਜ਼ ਹੈ ਜਾਂ ਨਹੀਂ ਉਹ ਚੈੱਕ ਕਰਨ ਲਈ ਕੀਤਾ ਜਾਂਦਾ। ਸਟੂਡੈਂਟਸ ਦੈਨ ਇਜ਼ ਦ ਟਰੀਟਮੈਂਟ। ਵਾਟ ਇਜ਼ ਦ ਟਰੀਟਮੈਂਟ ਆਫ ਦਿਸ ਡਿਜ਼ੀਜ਼? ਠੀਕ ਹੈ ਜੀ। ਸੋ ਇਹਦਾ ਜਿਹੜਾ ਟਰੀਟਮੈਂਟ ਹੈ, ਇੱਕ ਤਾਂ ਸਾਡੇ ਕੋਲ ਐਂਟੀ ਰੈਟਰੋਵਾਇਰਲ ਡਰੱਗਸ ਪ੍ਰੈਜ਼ੈਂਟ ਨੇ। ਠੀਕ ਹੈ ਜੀ। ਟਰੀਟਮੈਂਟ ਆਫ ਏਡਜ਼ ਇਜ਼ ਐਂਟੀ ਰੈਟਰੋਵਾਇਰਲ ਡਰੱਗਸ, ਬਟ these drugs are partially effective, means ਇਹ completely effective नहीं ने। ਕਿਹੜੇ drugs? anti retroviral drugs। ठीक है जी। drugs present ने but they are partially effective, completely eradicate नहीं कर सकते। ठीक है जी। सो ਇਹਦੇ ਨਾਲ ਕੀ ਹੈ, ਪੇਸ਼ੈਂਟ ਦੀ ਲਾਈਫ ਵੱਧ ਜਾਂਦੀ ਹੈ, ਮਤਲਬ ਡੈਥ ਨਹੀਂ ਹੁੰਦੀ ਇੱਕਦਮ, ਬਟ ਪ੍ਰੋਪਰ ਅਸੀਂ ਕਹੀਏ ਕਿਉਰ ਹੋ ਜਾਂਦਾ ਹੈ, ਨੋਟ ਐਟ ਆਲ। ਠੀਕ ਹੈ ਜੀ। ਵੈਸੇ ਇੱਕ ਡਰਗ ਹੈ ਸਾਡੇ ਕੋਲ AZT ਜਾਂ ਫਿਰ ਜ਼ਿਡੋਵੁਡੀਨ। ਇਹ ਉਹ ਡਰਗ ਹੈ ਜਿਹੜਾ ਕੰਟੀਨਿਊਸਲੀ ਦਿੱਤਾ ਜਾਂਦਾ ਹੈ ਟੂ ਦ ਪੇਸ਼ੈਂਟ ਆਫ ਏਡਸ। ਠੀਕ ਹੈ ਜੀ। ਸੋ ਦੈਟ ਉਹਨਾਂ ਨੂੰ ਹੋਰ ਚੀਜ਼ਾਂ ਅਫੈਕਟ ਨਾ ਕਰਨ, ਜਾਂ ਤੁਸੀਂ ਇਹ ਕਹਿ ਲਓ ਉਹ ਹੋਰ ਪ੍ਰੋਬਲਮਸ ਤੋਂ ਬਚੇ ਰਹਿਣ, ਬਟ ਇਹਦਾ ਕੋਈ ਪ੍ਰੋਪਰ 100% ਇਲਾਜ ਨੋ, ਰਾਈਟ। ਲਾਸਟ ਇਜ਼ ਪ੍ਰੀਵੈਂਸ਼ਨ। How to prevent this disease? This is really important. Prophylaxis. This is really important. How to prevent this disease? Number 1, ਸਭ ਤੋਂ ਪਹਿਲਾਂ ਕੀ ਹੈ, ਲੋਕਾਂ ਨੂੰ ਅਸੀਂ ਐਜੂਕੇਟ ਕਰਨਾ ਹੈ, ਜਾਂ ਤੁਸੀਂ ਇਹ ਕਹਿ ਸਕਦੇ ਹੋ ਅਸੀਂ ਅਵੇਅਰ ਕਰਨਾ ਹੈ। ਅਗਰ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਰਿਗਾਰਡਿੰਗ ਦਿਸ ਡਿਜ਼ੀਜ਼ ਔਰ ਰਿਗਾਰਡਿੰਗ ਦਾ ਇਲ ਇਫੈਕਟਸ ਆਫ ਦਿਸ ਡਿਜ਼ੀਜ਼, ਤਾਂ ਡੈਫੀਨੇਟਲੀ ਅਗਰ ਕਿਸੇ ਨੂੰ ਨੌਲੇਜ ਹੋਏਗੀ, ਕੋਈ ਅਵੇਅਰ ਹੋਏਗਾ, ਤਾਂ ਡੈਫੀਨੇਟਲੀ ਇਹ ਡਿਜ਼ੀਜ਼ ਜਿਹੜੀ ਹੈ ਉਹ ਘਟੇਗੀ ਜਾਂ ਰੁਕੇਗੀ, ਅਸੀਂ ਇਹ ਕਹਿ ਸਕਦੇ ਹਾਂ। ਠੀਕ ਹੈ। ਦੈਨ ਅਸੀਂ ਵੈਸੇ ਤਾਂ WHO ਨੇ ਵੀ ਬਹੁਤ ਸਾਰੇ ਇਹੋ ਜਿਹੇ ਪ੍ਰੋਗਰਾਮਸ ਚਲਾਏ ਟੂ ਸਪਰੈਡ ਦ ਇਨਫੋਰਮੇਸ਼ਨ ਅਬਾਊਟ ਏਡਸ, ਬਟ ਕੁਛ ਲੋਕਾਂ ਨੂੰ ਇਨਫੋਰਮੇਸ਼ਨ ਪਹੁੰਚਦੀ ਹੈ, ਕੁਛ ਨੂੰ ਨਹੀਂ ਪਹੁੰਚਦੀ, ਬਟ ਸਟਿਲ ਅਗਰ ਅਸੀਂ ਐਜੂਕੇਟ ਕਰਾਂਗੇ ਔਰ ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਲਈ ਵੈਲ ਅਵੇਅਰ ਹੋਵਾਂਗੇ, ਦੈਨ ਡਿਜ਼ੀਜ਼ਸ ਓਬਵੀਅਸਲੀ ਕੰਟਰੋਲ ਹੋਣਗੀਆਂ। ਉਸ ਤੋਂ ਬਾਅਦ ਮਲਟੀਪਲ ਪਾਰਟਨਰਸ ਨਹੀਂ ਹੋਣੇ ਚਾਹੀਦੇ, ਮਲਟੀਪਲ ਪਾਰਟਨਰਸ ਨਹੀਂ ਹੋਣੇ ਚਾਹੀਦੇ। ਠੀਕ ਹੈ ਜੀ। ਸਿੰਗਲ ਪਾਰਟਨਰ ਹੋਣਾ ਚਾਹੀਦਾ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਕੀ ਕਹਿ ਸਕਦੇ ਹਾਂ ਕਿ ਅਸੀਂ ਉਹੀ ਗੱਲ, ਇਨਫੈਕਟਿਡ ਨੀਡਲਸ ਜਿਹੜੀਆਂ ਹੈ ਉਹ ਨਹੀਂ ਯੂਜ਼ ਕਰਨੀਆਂ ਚਾਹੀਦੀਆਂ। ਠੀਕ ਹੈ ਜੀ। ਅਗਰ ਇੱਕ ਬੰਦੇ ਨੂੰ ਕੋਈ ਨੀਡਲ ਯੂਜ਼ ਕੀਤੀ, ਉਹਨੂੰ ਡਿਸਕਾਰਡ ਕਰ ਦਿਓ, ਤਾਂ ਨਵੇਂ ਪੇਸ਼ੈਂਟ ਲਈ ਨਵੀਂ ਨੀਡਲ ਯੂਜ਼ ਕਰੋ। ਈਵਨ ਅਸੀਂ ਕਈ ਵਾਰੀ ਬਾਰਬਰ ਦੀ ਸ਼ੌਪ 'ਤੇ ਜਾਂਦੇ ਹਾਂ। ਠੀਕ ਹੈ ਜੀ। ਉੱਥੇ ਜਿਹੜੇ ਉਹਨਾਂ ਨੇ ਬਲੇਡਸ ਰੱਖੇ ਹੁੰਦੇ ਆ, ਜਾਂ ਜਿਹੜੇ ਉਹ ਸ਼ੇਵਿੰਗ ਬਲੇਡਸ ਹੁੰਦੇ ਨੇ, ਉਹ ਵੀ ਕਿਸੇ ਨੂੰ ਯੂਜ਼ ਨਹੀਂ ਕਰਨੇ ਚਾਹੀਦੇ। ਈਵਨ ਇਫ ਯੂ ਆਰ ਯੂਜ਼ਿੰਗ ਸੱਚ ਥਿੰਗਸ ਐਟ ਹੋਮ, ਈਵਨ ਦੈਨ ਸਿੰਗਲ ਪਰਸਨ ਲਈ ਸਿੰਗਲ ਚੀਜ਼ ਹੋਣੀ ਚਾਹੀਦੀ, ਸਿੰਗਲ ਬਲੇਡ ਹੋਣਾ ਚਾਹੀਦਾ, ਨਹੀਂ ਤਾਂ ਇਨਫੈਕਟਿਡ ਪਰਸਨ ਤੋਂ ਨਾਰਮਲ ਪਰਸਨ ਨੂੰ ਇਹ ਡਿਜ਼ੀਜ਼ ਜਿਹੜੀ ਹੋ ਸਕਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਬਲੱਡ ਟਰਾਂਸਫਿਊਜ਼ਨ ਕਰਾਉਣੀ ਹੈ, ਠੀਕ ਹੈ ਜੀ, ਬਲੱਡ ਟਰਾਂਸਫਿਊਜ਼ਨ ਹੋਏਗੀ, ਤਾਂ ਜਿਹਦੇ ਬੰਦੇ ਦਾ ਬਲੱਡ ਲਿਆ ਹੈ, ਡੋਨਰ ਜਿਹੜਾ ਹੈ, ਪਹਿਲਾਂ ਡੋਨਰ ਦਾ ਬਲੱਡ ਚੈੱਕ ਹੋਣਾ ਚਾਹੀਦਾ ਹੈ ਕਿ ਕਿੱਥੇ ਉਹਨੂੰ ਇਹ ਪ੍ਰੋਬਲਮ ਤਾਂ ਨਹੀਂ ਹੈਗੀ। ਜੇ ਡੋਨਰ ਨੂੰ ਹੋਏਗੀ ਤਾਂ ਓਬਵੀਅਸਲੀ ਰੈਸੀਪੀਐਂਟ ਨੂੰ ਵੀ ਹੋ ਜਾਏਗੀ। ਠੀਕ ਹੈ ਜੀ। ਉਸ ਤੋਂ ਬਾਅਦ ਅੱਜ ਕੱਲ੍ਹ ਬਹੁਤ ਫੈਸ਼ਨ ਹੈ ਸਟੂਡੈਂਟਸ ਟੈਟੂਜ਼ ਬਣਵਾਉਣ ਦਾ, ਰਾਈਟ। ਤਾਂ ਅਸੀਂ ਕੀ ਦੇਖਦੇ ਹਾਂ, ਜਿਹੜੇ ਲੋਕ ਨੇ ਉਹ ਬਹੁਤ ਕਾਮਨਲੀ ਟੈਟੂਜ਼ ਬਣਵਾਉਂਦੇ ਨੇ, ਜਾਂ ਈਅਰ ਪੀਅਰਸਿੰਗ ਕਰਾਉਂਦੇ, ਕੰਨਾਂ 'ਚ ਛੇਦ ਕਰਵਾਉਂਦੇ ਨੇ। ਸੋ ਉਹਨਾਂ ਸ਼ੌਪਸ 'ਤੇ, ਉਹਨਾਂ ਜਗ੍ਹਾਵਾਂ 'ਤੇ ਵੀ ਸਾਨੂੰ ਚੈੱਕ ਕਰਨਾ ਚਾਹੀਦਾ ਕਿੱਥੇ ਉਹ ਸੇਮ ਨੀਡਲ ਜਾਂ ਸੇਮ ਇਹੋ ਜਿਹੀ ਚੀਜ਼ ਤਾਂ ਨਹੀਂ ਯੂਜ਼ ਕਰ ਰਹੇ ਜਿੰਨਾ ਈਅਰ ਪੀਅਰਸਿੰਗ ਕਰ ਰਹੇ ਜਾਂ ਟੈਟੂਜ਼ ਬਣਾ ਰਹੇ। ਅਗਰ ਯੂਜ਼ ਕਰਦੇ ਹੋਣਗੇ ਤਾਂ ਨੈਵਰ ਗੋ ਟੂ ਦੈਟ ਪਲੇਸ। ਠੀਕ ਹੈ। ਇਹ ਸਭ ਦੇ ਆਪਣੇ ਅਲੱਗ ਹੋਣੇ ਚਾਹੀਦੇ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ, ਸਾਡੇ ਕੋਲ ਸਾਨੂੰ ਜਿਹੜਾ ਹੈ ਉਹ ਤੁਸੀਂ ਇਹ ਕਹਿ ਲਓ, ਜਿਵੇਂ ਹੁਣ ਅਸੀਂ ਡੈਂਟਿਸਟ ਕੋਲ ਜਾਂਦੇ ਹਾਂ। ਠੀਕ ਹੈ। ਉੱਥੇ ਵੀ ਉਹਨਾਂ ਕੋਲ ਕਈ ਇਹੋ ਜਿਹੇ ਡਿਵਾਈਸਿਸ ਹੁੰਦੇ ਨੇ ਜਿਹਦੇ ਨਾਲ ਉਹ ਪੇਸ਼ੈਂਟ ਦਾ ਟਰੀਟ ਕਰਦੇ, ਉਹ ਵੀ ਜਿਹੜਾ ਹੈ ਇੱਕ ਵਨ ਟਾਈਮ ਯੂਜ਼ ਕਰਕੇ ਡਿਸਕਾਰਡ ਕਰ ਦੇਣੇ ਚਾਹੀਦੇ ਆ। ਸੋ ਅਗਰ ਇਹ ਕੁਛ ਪ੍ਰੀਵੈਂਟਿਵ ਮੈਜਰਸ, ਪ੍ਰੋਫਾਈਲੈਕਸਿਸ ਲਏ ਜਾਣਗੇ ਤਾਂ ਇਹ ਡਿਜ਼ੀਜ਼ ਡੈਫੀਨੇਟਲੀ ਨਹੀਂ ਫੈਲੇਗੀ, ਘਟੇਗੀ, ਰਾਈਟ। So this is all about AIDS, and in our next video we will discuss about the disease that is cancer.